ਧੰਨ ਵਾਹਿਗੁਰੂ ਸਾਹਿਬ ਜੀਓ। ਰਤੇ ਸਈ ਜੇ ਮੁਖ ਨਾ ਮੁੜਨ, ਜਿਨੀ ਸੰਜਾਤਾ ਸਾਈਂ। ਚੜ ਚੜ ਪਵਨ ਦੇ ਕੱਚੇ ਬਿਰਹੀ, ਜਿਨਾ ਹੰਕਾਰ ਨ ਆਈ। ਪੰਜਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਤਿਨਾਂ ਦੇ ਮੁਖ ਅਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਜੋ ਸ਼ਲੋਕ ਵਾਰਾਂ ਦੇ ਵਧੀਕ ਜੋ ਸ਼ਲੋਕ ਨੇ, ਉਹਨਾਂ ਦੇ ਸਿਰਲੇਖ ਹੇਠ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 1425 ਅੰਗ ਦੇ ਉੱਤੇ 1 ਨੰਬਰ ਜੋ ਸ਼ਲੋਕ ਆਪ ਜੀ ਨੇ ਸ਼ਰਵਣ ਕੀਤਾ ਹੈ। ਆਓ ਪਿਆਰ ਵਾਲਿਓ ਸਮਝਣ ਦੀ ਕੋਸ਼ਿਸ਼ ਕਰੀਏ ਕਿ ਪਾਤਸ਼ਾਹ ਜੀ ਇਸ ਪਾਵਨ ਸ਼ਲੋਕ ਦੇ ਅੰਦਰ ਕੀ ਸਮਝਾਉਣ ਦਾ ਯਤਨ ਕਰ ਰਹੇ ਨੇ। ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਰਤੇ ਸਈ ਜੇ ਮੁਖ ਨਾ ਮੁੜਨ, ਜਿਨਾ ਸੰਜਾਤਾ ਸਾਈਂ। ਪਾਤਸ਼ਾਹ ਜੀ ਆਖਦੇ ਉਹੀ ਮਨੁੱਖ ਪ੍ਰੇਮ ਰੰਗ ਦੇ ਵਿੱਚ ਰੰਗੇ ਹੋਏ ਨੇ, ਜਿਹੜੇ ਖਸਮ ਪ੍ਰਭੂ ਦੀ ਯਾਦ ਵੱਲੋਂ ਕਦੇ ਵੀ ਆਪਣਾ ਮੁਖ ਨਹੀਂ ਮੋੜਦੇ। ਭਾਵ ਹਰ ਸਮੇਂ ਉਸ ਪ੍ਰਮਾਤਮਾ ਦੀ ਜੋ ਯਾਦ ਹੈ ਉਹਨੂੰ ਆਪਣੇ ਚਿੱਤ ਦੇ ਵਿੱਚ ਟਿਕਾਈ ਰੱਖਦੇ ਨੇ। ਉਹਦੀ ਹਰ ਸਮੇਂ ਉਹਦੇ ਹੁਕਮ ਨੂੰ, ਉਹਦੇ ਉਪਦੇਸ਼ ਨੂੰ ਆਪਣੀ ਜ਼ਿੰਦਗੀ ਧਾਰਨ ਕਰਕੇ ਰੱਖਦੇ ਨੇ। ਸਤ ਸੰਗਤ ਜੀ, ਦੁਨੀਆ ਦੇ ਅੰਦਰ ਪ੍ਰਵਾਨੀ ਉਹ ਹੁੰਦਾ ਹੈ। ਭਗਤ ਫਰੀਦ ਸਾਹਿਬ ਦੀ ਆਪਾਂ ਬਾਣੀ ਨੂੰ ਪੜ੍ਹਦੇ ਹਾਂ। ਭਗਤ ਸਾਹਿਬ ਨੇ ਬੜੀ ਪਿਆਰੀ ਉਦਾਹਰਨ ਦਿੱਤੀ ਹੈ। ਕਹਿੰਦੇ ਉਹੀ ਅਸਲ ਦੇ ਵਿੱਚ ਇਨਸਾਨ ਹੈ, ਉਹੀ ਅਸਲ ਦੇ ਵਿੱਚ ਮਨੁੱਖ ਹੈ ਜੋ ਪਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਭਿੱਜਾ ਹੋਇਆ। ਵੈਸੇ ਤੇ ਇਸ਼ਕ ਦੋ ਪ੍ਰਕਾਰ ਦਾ ਹੈ, ਇੱਕ ਮਜਾਜੀ ਤੇ ਦੂਜਾ ਹਕੀਕੀ। ਮਜਾਜੀ ਜਿਸ ਪ੍ਰੇਮ ਦਾ ਜਿਹੜਾ ਰੰਗ ਹੈ ਕੁਝ ਸਮੇਂ ਲਈ ਹੁੰਦਾ ਹੈ ਤੇ ਕੁਝ ਸਮੇਂ ਤੋਂ ਬਾਅਦ ਉਹ ਜਿਹੜਾ ਰੰਗ ਹੈ ਉਹ ਫਿੱਕਾ ਹੋਣਾ ਸ਼ੁਰੂ ਹੋ ਜਾਂਦਾ ਹੈ। ਪਰ ਜੋ ਹਕੀਕੀ ਇਸ਼ਕ ਹੁੰਦਾ ਹੈ ਸੱਚ ਦੇ ਨਾਲ, ਉਹਦਾ ਰੰਗ ਇਹੋ ਜਿਹਾ ਚੜ੍ਹਦਾ ਹੈ ਭਾਵੇਂ ਸਰੀਰ ਦੇ ਆਰਿਆਂ ਦੇ ਨਾਲ ਦੋ ਫਾੜ ਕਰ ਦਿੱਤੇ ਗਏ, ਭਾਵੇਂ ਸ਼ੀਸ਼ ਨੂੰ ਧੜ ਦੇ ਨਾਲੋਂ ਅਲੱਗ ਕਰ ਦਿੱਤਾ ਗਿਆ, ਭਾਵੇਂ ਨੀਹਾਂ ਦੇ ਵਿੱਚ ਚਿਣ ਦਿੱਤਾ ਗਿਆ, ਪਰ ਉਹ ਜੋ ਪੱਕਾ ਰੰਗ ਇਹੋ ਜਿਹਾ ਚੜਿਆ ਸੀ ਪ੍ਰਮਾਤਮਾ ਦੇ ਪ੍ਰੇਮ ਦਾ, ਉਹ ਉਤਰਿਆ ਨਹੀਂ, ਉਹ ਫਿੱਕਾ ਨਹੀਂ ਹੋਇਆ, ਉਹ ਸਗੋਂ ਗੂੜਾ ਹੁੰਦਾ ਗਿਆ। ਵੈਸੇ ਤੇ ਸੰਸਾਰ ਦੇ ਅੰਦਰ ਅਨੇਕਾਂ ਮਨੁੱਖਾਂ ਦਾ ਜਨਮ ਹੁੰਦਾ ਹੈ, ਅਨੇਕਾਂ ਜਿਹੜੇ ਮਨੁੱਖ ਨੇ ਉਸ ਸੰਸਾਰ ਦੇ ਉੱਤੋਂ ਕੂਚ ਕਰਦੇ ਨੇ, ਪਰ ਸਤ ਸੰਗਤ ਜੀ ਯਾਦ ਉਹਨਾਂ ਨੂੰ ਕੀਤਾ ਜਾਂਦਾ ਹੈ ਜੋ ਉਸ ਪ੍ਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਭਿੱਜੇ ਹੋਏ ਨੇ। ਆਪਾਂ ਹਰ ਰੋਜ਼ ਅਰਦਾਸ ਦੇ ਵਿੱਚ ਵੀ ਪੜ੍ਹਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜੇ,
ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨੇ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਨਾ, ਜਿਨ੍ਹਾਂ ਨੇ ਸੱਚ ਦੇ ਨਾਲ ਪਿਆਰ ਕੀਤਾ, ਪ੍ਰੇਮ ਕੀਤਾ। ਤੇ ਭਗਤ ਫਰੀਦ ਸਾਹਿਬ ਜੀ ਆਖਦੇ, ਅਸਲ ਦੇ ਵਿੱਚ ਉਹੀ ਇਨਸਾਨ ਨੇ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਜਿਹੜੇ ਉਸ ਪਰਮਾਤਮਾ ਦੇ ਰੰਗ ਦੇ ਵਿੱਚ ਭਿੱਜੇ ਹੋਏ ਨੇ, ਪ੍ਰੇਮ ਰੰਗ ਦੇ ਵਿੱਚ ਰੰਗੇ ਹੋਏ ਨੇ। ਹਰ ਸਮੇਂ ਉਹਨਾਂ ਦੇ ਮਨ ਦੇ ਅੰਦਰ ਪਰਮਾਤਮਾ ਦੇ ਦੀਦਾਰ ਦੀ ਤਾਂਘ ਰਹਿੰਦੀ ਹੈ, ਇੱਛਾ ਰਹਿੰਦੀ ਹੈ। ਤੇ ਅਸਲ ਦੇ ਵਿੱਚ ਉਹੀ ਜਿਹੜਾ ਮਨੁੱਖ ਦਾ ਸੰਸਾਰ ਦੇ ਉੱਤੇ ਆਇਆ ਹੋਇਆ ਮੰਨਿਆ ਜਾਂਦਾ ਹੈ। ਤੇ ਅਗਲੀ ਪੰਕਤੀ ਦੇ ਅੰਦਰ ਇਹ ਵੀ ਗੱਲ ਆਖਦੇ ਨੇ, ਵਿਸਰਿਆ ਜਿਨ ਨਾਮ ਸੇ ਭੋਏ ਭਾਰਥੀਏ। ਜਿਨ੍ਹਾਂ ਨੂੰ ਉਸ ਪਰਮਾਤਮਾ ਦਾ ਨਾਮ ਭੁੱਲ ਗਿਆ, ਉਸ ਪਰਮਾਤਮਾ ਦੇ ਨਾਮ ਨੂੰ ਵਿਸਾਰ ਦਿੱਤਾ ਹੈ, ਪਰ ਉਹ ਸਾਧ ਸੰਗਤ ਜੀ ਉਹਨਾਂ ਦਾ ਸੰਸਾਰ ਦੇ ਉੱਤੇ ਆਇਆ ਹੋਇਆ ਤੇ ਨਾ ਆਇਆ ਹੋਇਆ ਇੱਕੋ ਬਰਾਬਰ ਹੈ। ਪਰ ਉਹਨਾਂ ਨੂੰ ਕੋਈ ਯਾਦ ਨਹੀਂ ਕਰਦਾ, ਉਹਨਾਂ ਨੂੰ ਫਿਰ ਕੋਈ ਚੇਤੇ ਨਹੀਂ ਕਰਦਾ। ਚੇਤੇ ਕੇਵਲ ਉਹਨਾਂ ਕੋ ਸਮਾਂ ਯਾਦ ਕੀਤਾ ਜਾਂਦਾ ਹੈ, 1 ਦਿਨ 2 ਦਿਨ ਯਾਦ ਕੀਤਾ ਜਾਵੇਗਾ। ਕਹਿੰਦੇ ਇਹੋ ਜਿਹੇ ਮਨੁੱਖਾਂ ਦਾ ਸੰਸਾਰ ਦੇ ਉੱਪਰ ਆਇਆ ਤੇ ਨਾ ਆਇਆ ਹੋਇਆ ਇੱਕੋ ਬਰਾਬਰ ਹੈ। ਫਿਰ ਉਹਨਾਂ ਮਨੁੱਖਾਂ ਦੀ ਜਿਹੜੀ ਹਾਲਾਤ ਹੈ, ਅੱਜ ਪੰਜਵੇਂ ਪਾਤਸ਼ਾਹ ਜੀ ਕਿਰਪਾ ਕਰਦੇ, ਕਹਿੰਦੇ ਇਹੋ ਜਿਹੀ ਹੋ ਜਾਂਦੀ ਹੈ ਜਿਵੇਂ ਆਪਾਂ ਵੇਖਦੇ ਹਾਂ ਕਿਸੇ ਫਲਦਾਰ ਬੂਟੇ ਨੂੰ ਸਭ ਤੋਂ ਪਹਿਲਾਂ ਤੇ ਬੁਰਾ ਲੱਗਦਾ, ਹਨੇਰੀਆਂ ਆਉਂਦੀਆਂ ਨੇ, ਝੱਖੜ ਹੁੰਦੇ ਨੇ, ਤੇ ਕੁਝ ਜਿਹੜਾ ਬੂਰ ਹੈ ਉਹ ਆਪਣੇ ਮੂਲ ਦੇ ਨਾਲ ਟੁੱਟ ਕੇ, ਟਾਹਣੀ ਦੇ ਨਾਲ ਟੁੱਟ ਕੇ ਥੱਲੇ ਡਿੱਗ ਪੈਂਦਾ ਹੈ। ਉਹ ਵੀ ਕਿਸੇ ਕੰਮ ਦਾ ਨਹੀਂ ਦਿੰਦਾ। ਉਹ ਤੋਂ ਬਾਅਦ ਫਿਰ ਨਿੱਕੇ ਨਿੱਕੇ ਫਲ ਬਣਦੇ ਨੇ। ਉਹ ਫਲ ਬਣਨ ਤੋਂ ਬਾਅਦ ਜਿਵੇਂ ਹਨੇਰੀਆਂ ਚੱਲਦੀਆਂ ਨੇ, ਝੱਖੜ ਚੱਲਦੇ ਨੇ, ਕਈ ਵਾਰੀ ਉਹ ਨਿੱਕੇ ਨਿੱਕੇ ਜਿਹੜੇ ਫਲ ਨੇ ਉਹ ਧਰਤੀ ਤੇ ਡਿੱਗ ਪੈਂਦੇ ਨੇ, ਉਹ ਵੀ ਫਿਰ ਕਿਸੇ ਕੰਮ ਨਹੀਂ ਹੁੰਦੇ। ਤੇ ਅੰਤ ਸਮੇਂ ਤੱਕ ਜਿਹੜੇ ਉਸ ਟਾਹਣੀ ਦੇ ਨਾਲ ਜੁੜੇ ਰਹਿੰਦੇ ਨਾ, ਉਹੀ ਅਸਲ ਦੇ ਵਿੱਚ ਰਸਦਾਰ ਹੁੰਦੇ ਨੇ, ਉਹਨਾਂ ਦੇ ਅੰਦਰ ਮਿਠਾਸ ਭਰੀ ਹੁੰਦੀ ਹੈ ਤੇ ਉਹਨਾਂ ਦਾ ਹੀ ਮੁੱਲ ਪੈਂਦਾ ਹੈ। ਜੋ ਟਾਹਣੀ ਦੇ ਨਾਲ ਟੁੱਟ ਕੇ ਧਰਤੀ ਤੇ ਡਿੱਗ ਪਏ, ਉਹ ਸੁੱਕ ਜਾਂਦੇ ਨੇ, ਉਹ ਗਲ ਸੜ ਜਾਂਦੇ ਨੇ, ਉਹਨਾਂ ਦਾ ਕੋਈ ਮੁੱਲ ਨਹੀਂ ਪੈਂਦਾ। ਕਹਿੰਦੇ ਉਸ ਮਨੁੱਖ ਦੇ ਵੀ ਹਾਲਾਤ ਇਹੋ ਜਿਹੇ ਬਣ ਜਾਂਦੇ ਨੇ ਜਿਹਨੂੰ ਇਹ ਪਰਮਾਤਮਾ ਦੇ ਨਾਮ ਰੂਪੀ, ਜੋ ਪ੍ਰੇਮ ਰੂਪੀ ਜਿਹੜੀ ਦਵਾਈ ਹੈ, ਉਹ ਮਾਫਕ ਨਹੀਂ ਹੁੰਦੀ, ਜਿਹਦੇ ਤੇ ਅਸਰ ਨਹੀਂ ਕਰਦੀ, ਜਿਹਨੂੰ ਚੰਗੀ ਨਹੀਂ ਲੱਗਦੀ, ਜਿਹੜਾ ਸੰਸਾਰ ਦੇ ਮੋਹ ਦੇ ਵਿੱਚ ਜਕੜਿਆ ਰਹਿੰਦਾ, ਫਸਿਆ ਰਹਿੰਦਾ ਤੇ ਉਸ ਪਰਮਾਤਮਾ ਦੇ ਨਾਲ ਆਪਣੀ ਪ੍ਰੀਤ ਨਹੀਂ ਪਾਉਂਦਾ। ਝੜ ਝੜ ਪਵੰਦੇ ਕੱਚੇ ਬਿਰਹੀ ਜਿਨ੍ਹਾਂ ਕਾਰਨ ਆਈ। ਪਾਤਸ਼ਾਹ ਜੀ ਕਿਰਪਾ ਕਰਦੇ, ਜਿਨ੍ਹਾਂ ਮਨੁੱਖਾਂ ਨੂੰ ਪ੍ਰੇਮ ਰੂਪੀ ਜਿਹੜੀ ਦਵਾਈ ਹੈ ਉਹ ਮਾਫਕ ਨਹੀਂ ਨਾ ਹੁੰਦੀ, ਜਿਨ੍ਹਾਂ ਤੇ ਅਸਰ ਨਹੀਂ ਕਰਦੀ, ਉਹਨਾਂ ਮਨੁੱਖਾਂ ਦੇ ਹਾਲਾਤ ਇਹੋ ਜਿਹੇ ਹੋ ਜਾਂਦੇ ਨੇ ਜਿਵੇਂ ਟਾਹਣੀ ਦੇ ਨਾਲ ਟੁੱਟੇ ਹੋਏ ਜਿਹੜੇ ਕਮਜ਼ੋਰ ਜਿਹੜਾ ਫਲ ਹੈ ਉਹ ਧਰਤੀ ਤੇ ਡਿੱਗ ਪੈਂਦਾ, ਉਹ ਫਿਰ ਕਿਸੇ ਜੋਗਾ ਨਹੀਂ ਰਹਿੰਦਾ, ਉਹਦਾ ਕੋਈ ਮੁੱਲ ਨਹੀਂ ਪੈਂਦਾ। ਤੇ ਜਿਹੜਾ ਟਾਹਣੀ ਦੇ ਨਾਲ ਜੁੜਿਆ ਰਹਿੰਦਾ ਹੈ ਉਹਦਾ ਮੁੱਲ ਵੀ ਪੈ ਜਾਂਦਾ ਹੈ। ਸੋ ਸਾਨੂੰ ਲੋੜ ਹੈ ਵੀ ਅਸੀਂ ਪ੍ਰੇਮ ਹੀ ਕਰਨਾ ਹੈ, ਉਸ ਪਰਮਾਤਮਾ ਦੇ ਨਾਲ ਪ੍ਰੇਮ ਕਰੀਏ, ਕਿਉਂਕਿ ਜਿਹਨੂੰ ਗੁਰੂ ਦੀ ਮੱਤ ਰੂਪੀ ਜਿਹੜੀ ਦਵਾਈ ਹੈ, ਗੁਰੂ ਦੀ ਮੱਤ ਰੂਪੀ ਉਹ ਮਾਫਕ ਆ ਜਾਂਦੀ ਹੈ ਨਾ, ਤੇ ਫਿਰ ਉਹਦੀ ਜ਼ਿੰਦਗੀ ਦੇ ਅੰਦਰ ਸਤ, ਸੰਤੋਖ, ਧੀਰਜ, ਦਇਆ ਵਰਗੇ ਜਿਹੜੇ ਗੁਣ ਆ ਜਾਂਦੇ ਨੇ। ਫਿਰ ਉਹਨਾਂ ਦੀ ਜ਼ਿੰਦਗੀ ਦੇ ਅੰਦਰੋਂ ਜੋ ਇਹ ਖਿਝਪੁਣਾ ਹੈ ਇਹ ਖਤਮ ਹੋ ਜਾਂਦਾ ਹੈ। ਫਿਰ ਉਹ ਕਦੇ ਦੁਖੀ ਨਹੀਂ ਹੁੰਦੇ, ਉਹ ਫਿਰ ਕਦੇ ਖਿਝਦੇ ਨਹੀਂ ਹੈ। ਸੋ ਸਤਿਗੁਰ ਸਾਡੇ ਤੇ ਵੀ ਕਿਰਪਾ ਕਰਨ, ਜੋ ਅੱਜ ਪੰਜਵੇਂ ਪਾਤਸ਼ਾਹ ਜੀ ਨੇ ਇਸ ਸ਼ਲੋਕ ਦੇ ਅੰਦਰ ਸਮਝਾਉਣਾ ਕੀਤਾ
ਕਿ ਅਸੀਂ ਵੀ ਉਸ ਪਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਰੰਗ ਜਾਈਏ, ਕਿਉਂਕਿ ਪਰਮਾਤਮਾ ਉਸ ਨੂੰ ਹੀ ਮਿਲਿਆ ਹੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨੇ ਉਸ ਪਰਮਾਤਮਾ ਦੇ ਨਾਲ ਪ੍ਰੇਮ ਕੀਤਾ ਉਹਨੇ ਹੀ ਉਸ ਪਰਮਾਤਮਾ ਨੂੰ ਪ੍ਰਾਪਤ ਕੀਤਾ, ਉਹਨੂੰ ਆਪਣੇ ਅੰਦਰੋਂ ਲੱਭ ਲਿਆ, ਉਹਨੂੰ ਸਮਝ ਲਿਆ, ਉਹਦੇ ਗੁਣਾਂ ਨੂੰ ਜ਼ਿੰਦਗੀ 'ਚ ਧਾਰਨ ਕੀਤਾ। ਸੋ ਸਤਿਗੁਰ ਸਾਡੇ ਤੇ ਵੀ ਕਿਰਪਾ ਕਰਨ, ਅਸੀਂ ਵੀ ਉਸ ਪਰਮਾਤਮਾ ਦੇ ਨਾਲ ਪ੍ਰੇਮ ਪਾਈਏ, ਸਾਡਾ ਵੀ ਉਸ ਦੇ ਨਾਲ ਪ੍ਰੇਮ ਬਣ ਜਾਵੇ। ਗੁਰੂ ਦੀ ਮੱਤ ਨੂੰ ਅਸੀਂ ਵੀ ਆਪਣੀ ਜ਼ਿੰਦਗੀ 'ਚ ਧਾਰਨ ਕਰੀਏ। ਸੋ ਵਿਚਾਰਾਂ ਦੀ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।